ਬੱਚਿਓ, ਲੈਕਚਰਸ ਔਨ ਬਾਇਓਲੋਜੀ 'ਤੇ ਤੁਹਾਡਾ ਸਵਾਗਤ ਹੈ। ਮੈਂ ਬਲਜਿੰਦਰ ਕੌਰ, ਲੈਕਚਰਰ ਬਾਇਓਲੋਜੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ, ਧਨੌਲਾ, ਬਰਨਾਲਾ। ਸਾਡਾ ਅੱਜ ਦਾ ਵਿਸ਼ਾ ਹੈ ਪਲਾਂਟ ਟਿਸ਼ੂ ਕਲਚਰ। ਬੱਚਿਓ, ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪਲਾਂਟ ਟਿਸ਼ੂ ਕਲਚਰ ਪਲਾਂਟ ਬਰੀਡਿੰਗ ਦਾ ਹੀ ਇੱਕ ਹਿੱਸਾ ਹੈ। ਅਸੀਂ ਦੇਖਦੇ ਹਾਂ ਕਿ ਪਿਛਲੇ ਸਮੇਂ ਵਿੱਚ ਹਰੀ ਕ੍ਰਾਂਤੀ ਆਈ, ਸੋ ਜਿਸ ਨਾਲ ਭੋਜਨ ਦੇ ਉਤਪਾਦਨ ਵਿੱਚ ਬਹੁਤ ਵਾਧਾ ਹੋਇਆ, ਪਰ ਕੁਝ ਹੱਦ ਤੱਕ ਇਸ ਮੁਕਾਬਲੇ ਜਨਸੰਖਿਆ ਵਿਸ਼ਵ ਪੱਧਰ 'ਤੇ ਬਹੁਤ ਤੇਜ਼ੀ ਨਾਲ ਵਧੀ, ਜਿਸ ਨਾਲ ਅੰਦਾਜ਼ਨ ਸਾਨੂੰ ਪਤਾ ਲੱਗਦਾ ਹੈ ਕਿ 2050 ਤੱਕ ਸਾਡੇ ਕੋਲ ਭੋਜਨ ਦਾ ਇੰਨਾ ਉਤਪਾਦਨ ਨਹੀਂ ਹੋਵੇਗਾ ਜਿੰਨੀ ਜ਼ਰੂਰਤ ਹੋਵੇਗੀ। ਸੋ ਇਸ ਲਈ ਇਹੋ ਜਿਹੇ ਪੌਦੇ ਤਿਆਰ ਕਰਵਾਏ ਜਾ ਰਹੇ ਹਨ ਜਿਨ੍ਹਾਂ ਦੀ ਉਪਜ ਹੋਵੇ। They should be free from diseases and drought resistance। ਸੋ ਉਹ ਬਿਮਾਰੀਆਂ ਤੋਂ ਰਹਿਤ ਹੋਣ ਅਤੇ ਸੋਕੇ ਦਾ ਜਾਂ ਹੜ੍ਹਾਂ ਦਾ ਮੁਕਾਬਲਾ ਕਰ ਸਕਣ। ਇਸ ਵਾਸਤੇ ਇਹਨਾਂ ਦੇ ਜੀਨਸ ਬਦਲੇ ਜਾਂਦੇ ਹਨ ਅਤੇ ਨਵੀਆਂ ਵੈਰਾਈਟੀਜ਼ ਪੈਦਾ ਕਰਨ ਲਈ ਨਿੱਤ ਨਵੇਂ ਤਜਰਬੇ ਕੀਤੇ ਜਾ ਰਹੇ ਹਨ। ਇੱਕ ਕੋਸ਼ਿਸ਼ ਭੋਜਨ ਦੀ ਗੁਣਵੱਤਾ ਨੂੰ ਵਧਾਉਣ ਲਈ ਵੀ ਕੀਤੀ ਜਾ ਰਹੀ ਹੈ, ਜਿਸ ਨੂੰ ਤੁਸੀਂ ਬਾਇਓ ਫੋਰਟੀਫਿਕੇਸ਼ਨ ਦੇ ਅਧੀਨ ਪੜ੍ਹ ਚੁੱਕੇ ਹੋ। ਜਿਵੇਂ ਤੁਸੀਂ ਜਾਣਦੇ ਹੋ, ਅੱਜ ਦੇ ਸਮੇਂ ਵਿਸ਼ਵ ਪੱਧਰ 'ਤੇ 84 ਕਰੋੜ ਲੋਕਾਂ ਨੂੰ ਖੁਰਾਕ ਸਹੀ ਮਾਤਰਾ ਵਿੱਚ ਪ੍ਰਾਪਤ ਨਹੀਂ ਹੁੰਦੀ ਅਤੇ 3 ਬਿਲੀਅਨ ਲੋਕ ਹਿਡਨ ਹੰਗਰ ਦਾ ਸ਼ਿਕਾਰ ਹਨ। ਹਿਡਨ ਹੰਗਰ ਮੀਨਸ ਪ੍ਰੋਟੀਨ, ਵਿਟਾਮਿਨਸ ਐਂਡ ਮਾਈਕਰੋਨਿਊਟ੍ਰੀਐਂਟਸ ਡੈਫੀਸ਼ੀਐਂਸੀਜ਼। ਇਹਨਾਂ ਚੀਜ਼ਾਂ ਦੀ ਕਮੀ ਹੈ। ਸੋ ਇਸੇ ਕਰਕੇ ਲੜੀ ਅਧੀਨ ਤੁਹਾਡੇ ਚੈਪਟਰ ਸਟ੍ਰੈਟਜੀਜ਼ ਫਾਰ ਐਨਹਾਂਸਮੈਂਟ ਇਨ ਫੂਡ ਪ੍ਰੋਡਕਸ਼ਨ ਵਿੱਚੋਂ ਬੜਾ ਹੀ ਰੌਚਕ ਅਤੇ ਲੋੜੀਂਦਾ ਟੌਪਿਕ ਹੈ ਪਲਾਂਟ ਟਿਸ਼ੂ ਕਲਚਰ। ਚਲੋ ਦੇਖੀਏ ਬੱਚਿਓ, ਅਸੀਂ ਇਸ ਟੌਪਿਕ ਅਧੀਨ ਕੀ ਕੁਝ ਸਿੱਖਣਾ ਹੈ। ਸਭ ਤੋਂ ਪਹਿਲਾਂ ਇੰਟਰੋਡਕਸ਼ਨ, then we will learn about hormones used in plant tissue culture. After that, we will come to environmental conditions and then the types of plant tissue culture, which are callus formation, meristem culture, micropropagation and somatic hybridization. After that, we will learn about artificial seeds, then advantages, then we will take applications where we use this plant tissue culture. At the end, we will summarize our topic as a whole, and the end I will ask you a few questions. Now, introducing the topic, I want to discuss with you some definitions which will help you to understand this topic. First is plant tissue culture. What is the plant tissue culture? It is the technique of maintaining and growing plant cells
tissues or organs, especially on artificial medium, in suitable containers under controlled environmental conditions. ਬੱਚਿਓ, ਪਲਾਂਟ ਟਿਸ਼ੂ ਕਲਚਰ, ਜਿਵੇਂ ਤੁਹਾਨੂੰ ਨਾਂ ਤੋਂ ਹੀ ਪਤਾ ਲੱਗਦਾ ਹੈ, ਪੌਦੇ ਦੇ ਟਿਸ਼ੂਜ਼ ਨੂੰ ਕਲਚਰ ਕਰਨਾ ਹੈ। ਕਲਚਰ ਮਤਲਬ ਗਰੋ ਕਰਵਾਉਣਾ ਹੈ, ਇਹਨਾਂ ਦਾ ਵਾਧਾ ਕਰਵਾਉਣਾ ਹੈ। ਸੋ ਇਹ ਇੱਕ ਤਕਨੀਕ ਹੈ ਜਿਸ ਰਾਹੀਂ ਪੌਦੇ ਦੇ ਅੰਗਾਂ ਨੂੰ, ਉਹਦੇ ਸੈੱਲਾਂ ਨੂੰ ਜਾਂ ਉਸ ਦੇ ਟਿਸ਼ੂਆਂ ਨੂੰ ਬਰਕਰਾਰ ਰੱਖਣਾ ਹੈ ਅਤੇ ਉਹਨਾਂ ਨੂੰ ਵਾਧਾ ਕਰਵਾਉਣਾ ਹੈ। ਖਾਸ ਤੌਰ 'ਤੇ ਬਨਾਵਟੀ ਸਾਧਨਾਂ ਰਾਹੀਂ। ਕੁਦਰਤ ਦੇ ਵਿੱਚ ਤਾਂ ਹੁੰਦੇ ਹੀ ਨੇ, ਵਾਪਰਦੇ ਹੀ ਨੇ, ਪਰ ਉਹਨਾਂ ਦੀ ਸਪੀਡ ਬਹੁਤ ਹੌਲੀ ਹੈ। ਸੋ ਸਾਨੂੰ ਲੋੜ ਬਹੁਤ ਕਿਤੇ ਜ਼ਿਆਦਾ ਹੈ, ਜਿਸ ਕਾਰਨ ਅਸੀਂ ਬਨਾਵਟੀ ਢੰਗਾਂ ਨਾਲ ਪੌਦਿਆਂ ਨੂੰ ਜਾਂ ਕੁਦਰਤ ਨੂੰ ਵੀ ਆਪਣੇ ਹੱਥ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਗਲਾ ਹੈ ਐਕਸਪਲਾਂਟ। ਕੀ ਤੁਸੀਂ ਸੁਣਿਆ ਇਹਦੇ ਬਾਰੇ ਕਦੇ? ਵਾਟ ਇਜ਼ ਐਕਸਪਲਾਂਟ? ਐਕਸ ਮੀਨਸ ਪਿੱਛੇ ਜਿਹੜਾ ਗੁਜ਼ਰ ਗਿਆ। ਹੁਣ ਪਿੱਛੇ ਕੌਣ ਗੁਜ਼ਰਿਆ? ਪੌਦਾ। ਪੇਰੈਂਟ ਪਲਾਂਟ ਲਾ ਲਓ ਤੁਸੀਂ। ਪੇਰੈਂਟ ਪਲਾਂਟ ਦਾ ਕੋਈ ਹਿੱਸਾ, ਭਾਵੇਂ ਉਹ ਸੈੱਲ ਲੈ ਲਓ, ਕੋਈ ਟਿਸ਼ੂ ਲੈ ਲਓ ਜਾਂ ਕੋਈ ਆਰਗਨ ਲੈ ਲਈਏ ਅਸੀਂ, ਜਿਸ ਤੋਂ ਪੂਰਾ ਪੌਦਾ ਹੀ ਤਿਆਰ ਕਰ ਲਈਏ, ਉਸ ਨੂੰ ਅਸੀਂ ਐਕਸਪਲਾਂਟ ਕਹਿੰਦੇ ਹਾਂ। ਸੋ the plant, part of the plant which is cultured is called explant. ਪੌਦੇ ਦਾ ਉਹ ਹਿੱਸਾ ਜਿਸ ਨੂੰ ਅਸੀਂ ਕਲਚਰ ਕਰਦੇ ਹਾਂ, ਉਸ ਨੂੰ ਅਸੀਂ ਐਕਸਪਲਾਂਟ ਕਹਿੰਦੇ ਹਾਂ। ਨੈਕਸਟ ਇਜ਼ ਸੈਲੂਲਰ ਟੋਟੀਪੋਟੈਂਸੀ। ਸੈਲੂਲਰ, ਸੈੱਲ, ਇੱਕ ਸੈੱਲ ਦੇ ਵਿੱਚ, ਟੋਟੀ ਮੀਨਸ ਟੋਟਲ, ਪੋਟੈਂਸ਼ੀਅਲ ਮੀਨਸ ਕਾਬਲੀਅਤਾ, ਉਹਦੇ ਅੰਦਰ ਕਪੈਸਿਟੀ ਹੈ। ਇੱਕ ਸੈੱਲ ਦੇ ਅੰਦਰ ਜਾਂ ਉਹਦੇ ਛੋਟੇ ਜਿਹੇ ਹਿੱਸੇ ਦੇ ਅੰਦਰ ਇੰਨੀ ਕਪੈਸਿਟੀ ਹੈ, ਇੰਨੀ ਕਾਬਲੀਅਤ ਹੈ ਕਿ ਉਹ ਪੂਰੇ ਪਲਾਂਟ ਵਿੱਚ ਤਬਦੀਲ ਹੋ ਸਕਦਾ ਹੈ। ਦ ਕਪੈਸਿਟੀ ਟੂ ਜਨਰੇਟ ਦ ਹੋਲ ਪਲਾਂਟ, ਪੂਰੇ ਦਾ ਪੂਰਾ ਪਲਾਂਟ ਜਿਹੜਾ ਹੈ ਉਸ ਦਾ ਉਤਪਾਦਨ ਕਰ ਸਕਦਾ ਹੈ। ਫਰੋਮ ਏ ਸੈੱਲ, ਇੱਕ ਸੈੱਲ ਤੋਂ, ਔਰ ਐਕਸ ਪਲਾਂਟ ਜਾਂ ਪੌਦੇ ਦੇ ਕਿਸੇ ਛੋਟੇ ਜਿਹੇ ਹਿੱਸੇ ਤੋਂ, ਉਸ ਨੂੰ ਅਸੀਂ ਕਹਿੰਦੇ ਹਾਂ ਸੈਲੂਲਰ ਟੋਟੀਪੋਟੈਂਸੀ। ਅਤੇ ਇੱਕ ਬਹੁਤ ਹੀ ਅਹਿਮ ਗੱਲ ਉਹ ਹੈ ਕਿ ਜਿਸ ਇਨਸਾਨ ਨੇ ਪਲਾਂਟ ਟਿਸ਼ੂ ਕਲਚਰ ਵਿਧੀ ਸ਼ੁਰੂ ਕੀਤੀ, ਉਸ ਨੂੰ ਅਸੀਂ ਫਾਦਰ ਆਫ ਪਲਾਂਟ ਟਿਸ਼ੂ ਕਲਚਰ ਵਜੋਂ ਜਾਣਦੇ ਹਾਂ। ਹੀ ਇਜ਼ ਹੈਬਰਲੈਂਡ। ਬੱਚਿਓ, ਟੌਪਿਕ ਨਾਲ ਜਾਣ ਪਹਿਚਾਣ ਤੋਂ ਬਾਅਦ ਹੁਣ ਅਸੀਂ ਜਾਣ ਲਈਏ ਕਿ ਪੌਦਿਆਂ ਲਈ ਕੀ ਕੁਝ ਚਾਹੀਦਾ ਹੈ ਟਿਸ਼ੂ ਕਲਚਰ ਵਾਸਤੇ। ਪਲਾਂਟ ਹਾਰਮੋਨਸ used in plant tissue culture. Plant hormones, they are produced by plants in very small amount, but they are very essential for metabolism. They control growth and development of plant from embryogenesis to organogenesis. They also control pathogen defense, stress tolerance, and reproductive processes. So, let we have a look on some hormones needed during tissue culture. First, auxins. Here are some auxins: indole 3 acetic acid, indole 3 butyric acid, and 2,4-dichlorophenolic acid. They are present at tips of the plant, so they promote cell division,
growth, and differentiation of cell. Second, cytokinins. These are 6-benzyl aminopurine, 6-dimethyl allyl aminopurine. They are present at shoot tips and promote growth and the sprouting of lateral buds. And the next one is gibberellins, that is gibberellic acid. It helps growth in developing regions. It regulates stem elongation, that is germination and dormancy of seed also. And the last one, abscisic acid, ABA. It is also known as inhibitor or stress hormone. It stimulates the closure of stomata, inhibit shoot growth. ਇੱਥੇ ਬੱਚਿਓ ਜੇ ਆਪਾਂ ਦੇਖਦੇ ਹਾਂ ਕਿ ਇਹ ਸਟੋਮੇਟਾ ਨੂੰ ਬੰਦ ਕਰਦੇ ਹਨ। ਸੋ ਸਟੋਮੇਟਾ ਕੀ ਕਰਦਾ ਹੈ, ਮੇਨ ਕੰਮ ਕੀ ਹੈ? ਟਰਾਂਸਪੀਰੇਸ਼ਨ। ਸੋ ਜਦੋਂ ਪੌਦੇ ਨੂੰ ਪਾਣੀ ਦੀ ਕਮੀ ਮਹਿਸੂਸ ਹੁੰਦੀ ਹੈ ਤਾਂ ਉਹ ਐਬਸਿਸਿਕ ਐਸਿਡ ਬਣਾਉਂਦਾ ਹੈ ਜੋ ਕਿ ਪੌਦਿਆਂ ਦੇ ਸਟੋਮੇਟਾ ਨੂੰ ਬੰਦ ਕਰਨ ਵਿੱਚ ਮਦਦ ਕਰਦੇ ਹਨ ਅਤੇ ਪਾਣੀ ਨੂੰ ਬਚਾਉਂਦੇ ਹਨ। Polyamines. They protect the plants against toxicity of heavy metals. ਸੋ ਭਾਰੀਆਂ ਧਾਤਾਂ ਤੋਂ ਬਚਾਉਂਦੇ ਹਨ ਪੌਦਿਆਂ ਨੂੰ। They are putrescine. It plays a direct defensive role during stress by eliciting cell death at the site of pathogen entry. ਸੋ ਜਦੋਂ ਹੀ ਕੋਈ ਬਾਹਰੀ ਹਮਲਾਵਰ ਲੱਗਦਾ ਉਹਨਾਂ ਨੂੰ, ਸੈੱਲ ਦੇ ਅੰਦਰ ਐਂਟਰ ਹੋ ਗਿਆ ਤਾਂ ਉਹ ਸੈੱਲ ਨੂੰ ਮਾਰ ਦਿੱਤਾ ਜਾਂਦਾ ਹੈ। ਸਪਰਮਿਡਿਨ, ਇਹ ਪੋਲੀਐਮੀਨਸ ਦੀ ਹੀ ਟਾਈਪ ਹੈ। ਦੇ ਪ੍ਰੋਟੈਕਟ ਦ plant against heavy metal, especially cadmium. Now we will shift to the next slide, that is environmental conditions. There are 3 important aspects during in vitro culture. They are nutrient medium, aseptic conditions, and aeration of the tissue. First, nutrient medium. It varies from culture to culture according to the demand, but a typical nutrient medium consists of inorganic source containing both macro and micronutrients, a carbon source, usually sucrose, vitamins like nicotinic acid and thiamine. Amino acids, they are also present, for example, arginine, and growth regulators, which we have discussed earlier in the form of auxins, cytokinins, and gibberellins. Other materials like coconut milk, malt extract, or tomato juice, etc., may be added specifically. And optimum pH is very important. The most extensively used medium is MS medium. Murashige and Scooge developed it in 1962. MS medium is plant growth medium used in laboratories for cultivation of plant tissue cultures. It contains macronutrients like ammonium nitrate, potassium nitrate, calcium chloride, magnesium sulfate, monopotassium phosphate, and
Minor salts they are used, they are boric acid, cobalt chloride, ferrous sulfate, manganese sulfate, potassium iodide, cadmium molybdate, zinc sulfate, and copper sulfate. Some essential vitamins also, like indole acetic acid, is used. All these ingredients, they are used strictly according to the requirement of the plant. Usually, agar is used to solidify the liquid medium. And now the second point, aseptic conditions, or we can say sterilization. It means complete destruction or killing of microorganisms. It is necessary for in vitro culturing. And next point is aeration of tissue. It is also an important aspect of culture technique. So, medium should be stirred mechanically or automatic shaker. Plant material is explant taken and grown in a test tube under sterile conditions in special nutrient media. Now we will see how explant is prepared. Here we can see stepwise. First of all, we will select the source of the explant and then sterilize the surface of the explant. After that, cutting of suitable selected organ is done. Then we place that explant over the culture medium and then subculturing is done. Let's start with the types of plant tissue culture. On the basis of type of media used, plant tissue culture is of two types. One is suspension culture and the second is solidified agar medium. I will tell you in detail in the next slide. On the basis of type of explant used, these are of many types, as we can use any part of the plant, any cell, any tissue, or any small growing part as an explant. So, it may be apical meristem culture, it may be somatic embryo culture, it may be anther culture if anthers they are grown, and micropropagation is also its type, somatic hybridization culture, and the single cell culture is known as callus culture. Now we will see in detail in the next slide. Move to the next slide. Callus and suspension culture. Let us differentiate in both of these. See in the diagram, I have shown here the explant. This is the explant taken from the plant and it is put in the medium to grow. If it is put in the liquid medium, then it is known as suspension because it suspends in the medium. ਲਟਕ ਰਿਹਾ ਬੱਚਿਓ, ਇਹ ਮੀਡੀਅਮ ਦੇ ਵਿੱਚ ਦਰਵ ਪਦਾਰਥ ਦੇ ਵਿੱਚ ਐਕਸਪਲਾਂਟ ਹੈ ਜਿਹੜਾ ਪੂਰਾ ਡੁੱਬਿਆ ਹੋਇਆ ਤੇ ਲਟਕ ਰਿਹਾ। ਇਸ ਵਾਸਤੇ ਅਸੀਂ ਜਾਂ ਤਾਂ ਸਿੰਗਲ ਸੈੱਲ ਜਾਂ ਫਿਰ ਸੈੱਲਾਂ ਦੇ ਬਹੁਤ ਛੋਟੇ ਸਮੂਹ
ਵਰਤਦੇ ਹਾਂ। ਛੋਟੇ ਛੋਟੇ ਐਕਸਪਲਾਂਟ ਜਿਹੜੇ ਹੈਗੇ ਨੇ ਉਹ ਵਰਤੇ ਜਾਂਦੇ ਹਨ ਅਤੇ ਸਸਪੈਂਸ਼ਨ ਕਲਚਰ ਵਾਸਤੇ ਇਸ ਨੂੰ ਲਗਾਤਾਰ ਹਿਲਾਉਣ ਦੀ ਲੋੜ ਪੈਂਦੀ ਹੈ। ਲਗਾਤਾਰ ਹਿਲਾਉਣ ਦੇ ਨਾਲ ਇਹਨਾਂ ਐਕਸਪਲਾਂਟਸ ਨੂੰ ਨਿਊਟਰੀਐਂਟਸ ਪ੍ਰਾਪਤ ਹੁੰਦੇ ਰਹਿੰਦੇ ਹਨ ਅਤੇ ਇਹਨਾਂ ਦੀ ਗਰੋਥ ਜ਼ਿਆਦਾ ਹੁੰਦੀ ਹੈ ਕੈਲਸ ਦੇ ਮੁਕਾਬਲੇ। ਹੁਣ ਅਸੀਂ ਕੈਲਸ ਦੇਖਦੇ ਹਾਂ ਕਿਵੇਂ ਗਰੋ ਕਰਦਾ ਹੈ। ਕੈਲਸ ਸੋਲੀਡੀਫਾਈਡ ਮੀਡੀਅਮ ਦੇ ਵਿੱਚ ਜੇ ਅਸੀਂ ਕਿਸੇ ਐਕਸਪਲਾਂਟ ਨੂੰ ਰੱਖ ਦਈਏ ਤਾਂ ਉਹ ਸੋਲਿਡ ਹੋਣ ਕਰਕੇ ਉੱਪਰ ਹੀ ਜੰਮ ਜਾਂਦਾ ਹੈ। ਹੁਣ ਇਹ ਇੱਕ ਜਗ੍ਹਾ 'ਤੇ ਰੁਕਿਆ ਹੋਣ ਕਰਕੇ ਇਹ ਜ਼ਿਆਦਾ ਸਮਾਂ ਲੈਂਦਾ ਹੈ ਕਿਉਂਕਿ ਇਸ ਨੂੰ ਨਿਊਟਰੀਐਂਟਸ ਦੂਰੋਂ ਚੱਲ ਕੇ ਹੌਲੀ ਪਹੁੰਚਦੇ ਹਨ। ਸੋ ਇਸ ਕਈ ਦਿਨ ਲੈ ਜਾਂਦਾ, 2 ਤੋਂ 3 ਹਫ਼ਤਿਆਂ ਵਿੱਚ ਕੈਲਸ ਹੈ ਜਿਹੜਾ ਉਹ ਤਿਆਰ ਹੁੰਦਾ। ਕੈਲਸ ਕੀ ਹੈ ਬੱਚਿਓ? ਅਨਡਿਫਰੈਂਸ਼ੀਏਟਿਡ ਮਾਸ ਆਫ ਸੈਲਸ। ਇਹ ਜਿਹੜੇ ਸੈੱਲ ਨੇ ਅਨਡਿਫਰੈਂਸ਼ੀਏਟਿਡ ਨੇ ਐਂਡ ਥੀਜ਼ ਆਰ ਐਕਟਿਵਲੀ ਡਿਵਾਈਡਿੰਗ ਸੈਲਸ। ਐਕਟਿਵਲੀ ਡਿਵਾਈਡ ਕਰਦੇ ਨੇ ਅਤੇ ਇੱਕ ਸਮੂਹ ਹੈ ਸੈੱਲਾਂ ਦਾ ਜਿਹੜਾ ਕਿ ਹਰੇਕ ਸੈੱਲ ਟੋਟੀਪੋਟੈਂਟ ਹੁੰਦਾ ਹੈ ਅਤੇ ਜੇ ਅਸੀਂ ਇਹਨਾਂ ਨੂੰ ਵੱਖ ਕਰ ਦਈਏ ਤਾਂ ਹਰ ਸੈੱਲ ਜ਼ਾਈਗੋਟ ਵਾਂਗੂ ਕੰਮ ਕਰ ਸਕਦਾ ਹੈ। ਹਰ ਸੈੱਲ ਦੇ ਅੰਦਰ ਪੋਟੈਂਸ਼ੀਅਲ ਹੈ ਕਿ ਉਹ ਪੂਰਾ ਪਲਾਂਟ ਗਰੋ ਕਰ ਸਕਦਾ। ਇਸ ਤੋਂ ਬਾਅਦ ਅਸੀਂ ਸਿੱਖ ਲਈਏ ਕਿ ਸਬ ਕਲਚਰਿੰਗ ਕੀ ਹੁੰਦੀ ਹੈ। ਸਬ ਕਲਚਰਿੰਗ ਵਾਸਤੇ ਕੈਲਸ ਨੂੰ ਜਦੋਂ ਅਸੀਂ ਕਿਸੇ ਮੀਡੀਅਮ ਦੇ ਅੰਦਰ ਰੱਖਦੇ ਹਾਂ ਤਾਂ ਉਸ ਨੂੰ ਕੁਝ ਦਿਨਾਂ ਬਾਅਦ ਲਗਾਤਾਰ ਬਦਲਦੇ ਰਹਿਣਾ ਪੈਂਦਾ ਹੈ, ਨਹੀਂ ਤਾਂ ਉਹ ਜ਼ਿੰਦਾ ਨਹੀਂ ਬਚੇਗਾ। ਇਹ ਕਿਉਂਕਿ ਇਸ ਨੂੰ ਨਿਊਟਰੀਐਂਟ ਮੀਡੀਅਮਸ ਦੀ ਜ਼ਰੂਰਤ ਹੈ। ਨਿਊਟਰੀਐਂਟਸ ਜਿਹੜੇ ਪੋਸ਼ਕ ਤੱਤ ਨੇ ਉਹ ਮੀਡੀਅਮ ਦੇ ਵਿੱਚ ਖਾਸ ਅਨੁਪਾਤ ਦੇ ਵਿੱਚ ਹੀ ਹਨ ਜੋ ਕਿ ਸੀਮਿਤ ਮਾਤਰਾ ਹੈ ਅਤੇ ਉਹਨਾਂ ਨੂੰ ਫਿਰ ਅੱਗੇ ਫਰੈਸ਼ ਜਿਹੜੇ ਨਿਊਟਰੀਐਂਟਸ ਹੈਗੇ ਨੇ ਉਹਨਾਂ ਦੇ ਵਿੱਚ ਸ਼ਿਫਟ ਕਰਨਾ ਜ਼ਰੂਰੀ ਹੈ, ਨਹੀਂ ਤਾਂ ਟਿਸ਼ੂ ਨੇ ਭੁੱਖੇ ਮਰ ਜਾਣਾ ਹੈ। Let's move to the next slide, that is callus culture। ਹੁਣ ਇੱਥੇ ਜਦੋਂ ਤੁਸੀਂ ਦੇਖਦੇ ਹੋ ਬੇਟਾ ਤਾਂ ਤੁਹਾਨੂੰ ਇੱਕ ਪੇਰੈਂਟ ਪਲਾਂਟ ਨਜ਼ਰ ਆਉਂਦਾ ਹੈ। ਇਸ ਤੋਂ ਕੋਈ ਹਿੱਸਾ ਜਿਹੜਾ ਗਰੋ ਕਰ ਸਕੇ ਉਹ ਅਸੀਂ ਲੈ ਲਿਆ ਅਤੇ ਉਹਦੇ ਵਿੱਚੋਂ ਅਸੀਂ ਐਕਸਪਲਾਂਟ ਲੈ ਲਏ, ਕੋਈ ਸੈੱਲ ਲੈ ਲਿਆ, ਕੋਈ ਮੈਰਿਸਟਮੈਟਿਕ ਟਿਸ਼ੂ ਲੈ ਲਿਆ, ਉਸ ਨੂੰ ਲੈ ਕੇ ਅਸੀਂ ਮੀਡੀਅਮ ਦੇ ਵਿੱਚ ਪਾਇਆ। ਇਹ ਦੇਖੋ ਵੈਲ ਡਿਫਾਈਨਡ ਪਲਾਂਟ ਪਾਰਟ। ਪਹਿਲਾਂ ਤਾਂ ਇੱਕ ਖਾਸ ਜਿਹੜੇ ਕਿ ਗਰੋਇੰਗ ਪਾਰਟਸ ਹੈਗੇ ਨੇ ਪ੍ਰੈਫਰ ਉਹਨਾਂ ਨੂੰ ਕੀਤਾ ਜਾਂਦਾ, ਸੋ ਉਹਨਾਂ ਨੂੰ ਹੀ ਲਿਆ ਜਾਂਦਾ। ਦੈਨ ਆਈਸੋਲੇਟ ਦ ਟਿਸ਼ੂ। ਇੱਥੇ ਟਿਸ਼ੂ ਨੂੰ ਅਲੱਗ ਕਰ ਲਿਆ, ਇਸ ਤੋਂ ਇਹ ਔਰਗਨ ਲੈ ਲਿਆ, ਫਿਰ ਉਸ ਤੋਂ ਟਿਸ਼ੂ ਨੂੰ ਅਲੱਗ ਕਰ ਲਿਆ। ਦੈਨ ਪਲੇਸਡ ਇਨ ਏ ਨਿਊਟਰੀਐਂਟ ਮੀਡੀਅਮ। ਆਹ ਨਿਊਟਰੀਐਂਟ ਮੀਡੀਅਮ ਦੇ ਵਿੱਚ ਰੱਖਤਾ ਇਹਨੂੰ। ਦੈਨ ਇਟ ਵਿਲ ਅੰਡਰਗੋ ਡੀ ਡਿਫਰੈਂਸ਼ੀਏਸ਼ਨ। ਡੀ ਡਿਫਰੈਂਸ਼ੀਏਸ਼ਨ ਮੀਨਸ ਜਦੋਂ ਇੱਥੇ ਉਹ ਪੌਦੇ ਦਾ ਕੋਈ ਹਿੱਸਾ ਸੀ ਤਾਂ ਉਸ ਸਮੇਂ ਇਹ ਕੋਈ ਕੰਮ ਕਰ ਰਿਹਾ ਸੀ। ਹੋ ਸਕਦਾ ਉਹ ਸੈੱਲ ਜ਼ਾਈਲਮ ਹੋਵੇ, ਕੋਈ ਫਲੋਇਮ ਹੋਵੇ ਜਾਂ ਐਪੀਡਰਮਿਸ ਦਾ ਹੋਵੇ। ਸੋ ਉਹ ਡਿਫਰੈਂਸ਼ੀਏਟਡ ਸੀ, ਬਾਕੀਆਂ ਨਾਲੋਂ ਆਪਣਾ ਅਲੱਗ ਕੰਮ ਕਰ ਰਿਹਾ ਸੀ, ਪਰ ਹੁਣ ਉਹ ਇਟ ਵਿਲ ਅੰਡਰਗੋ ਡੀ ਡਿਫਰੈਂਸ਼ੀਏਸ਼ਨ ਅਤੇ ਉਹ ਡਿਵਾਈਡ ਕਰਨਾ ਸ਼ੁਰੂ ਕਰਤਾ ਉਹਨੇ। ਤਾਂ ਜਦੋਂ ਡਿਵਾਈਡ ਕਰਕੇ ਸਮੂਹ ਬਣ ਗਿਆ ਅਤੇ ਫਿਰ ਕੈਲਸ ਬਣਨ ਤੋਂ ਬਾਅਦ ਮਲਟੀਪਲਾਈ ਕਰਕੇ ਕੈਲਸ ਬਣਦਾ। ਅਨਡਿਫਰੈਂਸ਼ੀਏਟਿਡ ਸੈੱਲਸ ਹੈਗੇ ਨੇ, ਪੂਰਾ ਗੁੱਛਾ ਬਣ ਜਾਂਦਾ, ਸਮੂਹ ਬਣ ਜਾਂਦਾ ਸੈੱਲਾਂ ਦਾ,
ਤੇ ਫਿਰ ਉਸ ਤੋਂ ਬਾਅਦ ਉਹਨਾਂ ਦੇ ਰੂਟਿੰਗ ਐਂਡ ਸ਼ੂਟਿੰਗ ਆ ਜਾਂਦੀ ਹੈ, ਜਿਸ ਨੂੰ ਫਿਰ ਪ੍ਰਾਇਮਰੀ ਹਾਰਡਨਿੰਗ ਵਾਸਤੇ ਬਾਹਰ ਥੋੜ੍ਹੇ ਜਿਹੇ ਹਾਰਸ਼ ਕੰਡੀਸ਼ਨਸ ਦੇ ਵਿੱਚ ਭੇਜਿਆ ਜਾਂਦਾ ਹੈ। ਫਿਰ ਉਸ ਤੋਂ ਬਾਅਦ ਉਸ ਤੋਂ ਜ਼ਿਆਦਾ ਬਗੀਚੀ ਦੇ ਵਿੱਚ ਲਾਇਆ ਜਾਂਦਾ, ਫਿਰ ਉਸ ਤੋਂ ਜ਼ਿਆਦਾ ਹਾਰਸ਼ ਕੰਡੀਸ਼ਨਸ ਖੇਤਾਂ ਦੇ ਵਾਸਤੇ ਭੇਜ ਦਿੱਤਾ ਜਾਂਦਾ। ਹੁਣ ਅਸੀਂ ਦੇਖ ਮੈਰਿਸਟੈਮ ਟਿਪ ਕਲਚਰ। Meristem is a group of actively dividing and undifferentiated cells present at the growing tip of a plant. Although plant is infected with virus, meristem tissue is always free from virus. So it can be removed and grown in vitro to obtain virus-free plants. It may be apical, axillary, or nodal segments. Scientists have succeeded in culturing meristem of potato, banana, and sugarcane, etc. Now we will see in the diagram. Here is a plant from where we are getting the tip of the plant, that is shoot meristem. When we get the shoot tip, then surface sterilization is done by sodium hypochlorite solution. ਇਹਨਾਂ ਦਾ ਸਰਫੇਸ, ਇਹਨਾਂ ਦੀ ਸਤ੍ਹਾ ਬੱਚਿਓ, ਇਹਨਾਂ ਨੂੰ ਵਾਇਰਸ ਲੱਗੇ ਹੋਣਗੇ, ਬੈਕਟੀਰੀਆ ਲੱਗੇ ਹੋਣਗੇ, ਮਿੱਟੀ ਘੱਟਾ ਲੱਗਿਆ ਹੋਊਗਾ ਪੌਦੇ ਦੀ ਟਿਪ ਦੇ ਉੱਤੇ। ਸੋ ਉਸ ਨੂੰ ਸਾਫ਼ ਕਰਨਾ ਹੈ, ਸਟਰਲਾਈਜ਼ ਕਰਨਾ ਹੈ, ਸੂਖਮ ਜੀਵਾਂ ਤੋਂ ਰਹਿਤ ਕਰਨਾ ਹੈ। ਸੋ ਉਹ ਸੋਡੀਅਮ ਹਾਈਪੋਕਲੋਰਾਈਡ ਦੇ ਨਾਲ ਕੀਤਾ ਜਾਂਦਾ। ਦੈਨ ਵੀ ਵਾਸ਼ ਦ ਟਿਸ਼ੂ ਵਿਦ ਡਿਸਟਿਲਡ ਵਾਟਰ। ਡਿਸਟਿਲਡ ਵਾਟਰ ਨਾਲ ਇਹਨੂੰ ਧੋਇਆ ਜਾਂਦਾ ਹੈ। ਆਫਟਰ ਦੈਟ ਬਾਈ ਯੂਜ਼ਿੰਗ ਸਕੈਲਪਲ, ਇਹਦੀ ਸਹਾਇਤਾ ਦੇ ਨਾਲ ਮੈਰਿਸਟਮੈਟਿਕ ਟਿਸ਼ੂ ਜਿਹੜਾ ਕਿ ਬਹੁਤ ਹੀ ਛੋਟਾ ਹੈ, 1 mm ਓਨਲੀ, ਇਸ ਨੂੰ ਕੱਟ ਲਿਆ ਜਾਂਦਾ ਏਪੀਕਲ ਟਿਪ ਤੋਂ, ਤੇ ਉਸ ਨੂੰ ਮੋਰੇਸ਼ਾਈਜ਼ ਐਂਡ ਸਕੂਪਸ ਮੀਡੀਅਮ, ਜੋ ਕਿ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ, ਉਹਦੇ ਅੰਦਰ ਭੇਜ ਦਿੱਤਾ ਜਾਂਦਾ। It is incubated in the culture for 16 hours at 25 degrees Celsius under fluorescent light. Fluorescent light ਜਿਵੇਂ ਟਿਊਬ ਦੀ ਲਾਈਟ ਹੈ ਬੱਚਿਓ, ਇਸ ਨੂੰ ਅਸੀਂ fluorescent light ਕਹਿੰਦੇ ਹਾਂ। ਸੋ 16 ਘੰਟਿਆਂ ਵਾਸਤੇ 25 ਡਿਗਰੀ ਸੈਂਟੀਗ੍ਰੇਡ 'ਤੇ ਇਹਨੂੰ ਇਨਕਿਊਬੇਟ ਕਰਕੇ ਰੱਖਿਆ ਜਾਂਦਾ ਹੈ। ਸੇਨ ਕਹਿੰਦੇ ਨੇ ਇਨਕਿਊਬੇਸ਼ਨ। ਉਸ ਤੋਂ ਬਾਅਦ ਸ਼ੂਟਿੰਗ ਸਿਸਟਮ ਵਿਲ ਅਰਾਈਜ਼ ਐਂਡ ਦੈਨ ਰੂਟਿੰਗ ਸਿਸਟਮ। ਆਫਟਰ ਦੈਟ we will transfer the plant to the pots. These are the baby plants. Baby plants ਨੂੰ ਅਸੀਂ ਫਿਰ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾ ਦਿੰਦੇ ਹਾਂ, ਨਵੀਂ ਜਗ੍ਹਾ ਦੇ ਉੱਤੇ ਲਾ ਦਿੰਦੇ ਹਾਂ। So this is the meristem tip culture. Now we will learn about micropropagation. Micropropagation, it is tissue culture technique used for rapid vegetative multiplication of ornamental or seedless fruit trees by using small sized explant. As the explant used are minute or very small, so the propagation technique is named as micropropagation. ਬੱਚਿਓ, ਕਿਉਂਕਿ ਐਕਸਪਲਾਂਟ ਦਾ ਸਾਈਜ਼ ਬਹੁਤ ਹੀ ਛੋਟਾ ਹੁੰਦਾ ਹੈ, ਮਾਈਕਰੋਸਕੋਪਿਕ ਹੈ, ਇਸ ਲਈ ਇਸ ਨੂੰ
ਮਾਈਕਰੋ ਪ੍ਰੋਪੇਗੇਸ਼ਨ ਦਾ ਨਾਂ ਦਿੱਤਾ ਜਾਂਦਾ ਹੈ। Numerous plants they are produced through micropropagation. Each new plant produced is genetically similar, or we can say they are identical to each other and to the parent plant, and they are known as soma clones. Somatic. Soma means somatic. Somatic ਕਿਹੜੇ ਹੁੰਦੇ ਨੇ? ਜਿਹੜੇ ਕਿ ਗੈਮੀਟਸ ਨਹੀਂ ਹੁੰਦੇ, ਜਿਹੜੇ ਸੈੱਲ ਗੈਮੀਟਸ ਨਹੀਂ ਬਣਾਉਂਦੇ, ਸੈਕਸ਼ੂਅਲ ਫਰਟੀਲਾਈਜੇਸ਼ਨ ਦੇ ਵਿੱਚ ਪਾਰਟਿਸਿਪੇਟ ਨਹੀਂ ਕਰਦੇ, ਉਹਨਾਂ ਨੂੰ ਅਸੀਂ ਸੋਮਾ ਕਲੋਨਸ ਕਹਿੰਦੇ ਹਾਂ। We will see in the next slide these soma clones. Thus, micropropagation is also known as soma clonal propagation. ਸੋ ਬੱਚਿਓ, ਸਾਡੇ ਭਾਰਤ ਵਿੱਚ ਨਰਸਰੀਆਂ ਵਿੱਚ ਜਿਹੜਾ ਤੁਸੀਂ ਪੌਦੇ ਫੁੱਲਾਂ ਵਾਲੇ ਅਤੇ ਫਲਾਂ ਵਾਲੇ ਦੇਖਦੇ ਹੋ, ਉਹ ਇਸ ਵਿਧੀ ਰਾਹੀਂ ਹੀ ਬਣ ਕੇ ਆਉਂਦੇ ਹਨ। And now we will discuss about somatic hybridization. Somatic means the cells which do not participate in sexual reproduction, and hybridization means they are crossbred between two different types of plants or cell or explants. So here two different types of plants they are taken, and we get the explants from them. These are two different types of explants. ਹੁਣ ਇੱਥੇ ਉਹ ਸੈੱਲ ਜਾਂ ਉਹ ਪਲਾਂਟ ਲਏ ਜਾਂਦੇ ਨੇ ਜਿਨ੍ਹਾਂ ਦੇ ਗੁਣ ਅਸੀਂ ਇੱਕ ਪੌਦੇ ਦੇ ਵਿੱਚ ਦੇਖਣੇ ਚਾਹੁੰਦੇ ਹਾਂ। ਇਹਨਾਂ ਸੈੱਲਾਂ ਨੂੰ ਕੰਧਾਂ ਰਹਿਤ ਕੀਤਾ ਜਾਂਦਾ ਹੈ। That is, cell wall is dissolved with the help of pectinase and cellulase enzymes. Now the cells without cell wall, they are known as protoplast. It is given in the NCERT book. After that, fusion is done between these two cells, these two protoplast. So ਇਹ ਦੋਨੇ ਪ੍ਰੋਟੋਪਲਾਸਟ ਜਿਹੜੇ ਹੈਗੇ ਨੇ ਸੋਮੈਟਿਕ ਸੈੱਲ ਨੇ, ਫਿਊਜ਼ ਕਰ ਗਏ, ਇਹਨਾਂ ਦੋਨਾਂ ਦੇ ਗੁਣ ਇੱਕ ਸੈੱਲ ਦੇ ਵਿੱਚ ਆ ਜਾਂਦੇ ਨੇ। That is known as hybrid protoplast. ਤੇ ਜਦੋਂ ਹੀ ਅਸੀਂ ਹਾਈਬ੍ਰਿਡ ਪ੍ਰੋਟੋਪਲਾਸਟ ਨੂੰ ਮੀਡੀਅਮ ਕਲਚਰ ਦੇ ਵਿੱਚ ਪਾਉਂਦੇ ਹਾਂ ਤਾਂ ਇਹ ਆਪਣੇ ਦੁਆਲੇ ਸੈੱਲ ਵਾਲ ਪੈਦਾ ਕਰ ਲੈਂਦਾ ਹੈ ਤੇ ਡਿਵਾਈਡ ਕਰਨਾ ਸ਼ੁਰੂ ਕਰ ਦਿੰਦਾ ਹੈ। And it starts multiplying, forms the callus, it differentiates into shoot and root and forms the whole plant, which is hybrid of the two parent plants, different parent plants. Here very interesting two examples they are given, and I had brought two different pictures also for you. So I will show you. The first is pomato. Pomato means it is hybrid of potato and tomato. See here in the picture that only a single plant that is growing potato in the root underground part and tomatoes on the upper part. Likewise, bomato, it is hybrid of brinjal and potato.
So potato, they are grown underground, and brinjal we can get on the above ground part. Now we will shift to the next slide. Here we are discussing about artificial seeds. Many plants do not produce seeds. To overcome the problem, the concept of artificial seeds has become popular. Here somatic embryos, they are encapsulated in a suitable matrix composed of sodium alginate, along with the substances such as mycorrhizae, fungicide, herbicide, and insecticides. ਸੋ ਜਦੋਂ ਅਸੀਂ ਇੱਥੇ ਦੇਖਦੇ ਹਾਂ ਬੱਚਿਓ, ਇਹ ਸੋਮੈਟਿਕ ਐਂਬਰੀਓ ਹੈ, ਮੀਨਸ ਕੋਈ ਵੀ ਗਰੋਇੰਗ ਬਡ ਹੈ ਜਿਸ ਨੂੰ ਇਹ ਚੀਜ਼ਾਂ ਦਾ ਮੈਟ੍ਰਿਕਸ ਬਣਾ ਕੇ, ਇੱਕ ਪੇਸਟ ਬਣਾ ਕੇ ਉਸ ਦੇ ਅੰਦਰ ਲਪੇਟ ਦਿੱਤਾ ਜਾਂਦਾ। ਕੁਝ ਖੁਰਾਕ ਹੈਗੀ ਹੈ, ਕੁਝ ਇਹਨੂੰ ਪਾਣੀ ਨਹੀਂ ਉੱਡਣ ਦਿੰਦਾ ਅਤੇ ਨਾਲ ਬਾਹਰ ਦੇ ਹਮਲਾਵਰਾਂ ਤੋਂ ਬਚਾਉਂਦੇ ਹਨ। ਇੱਥੇ ਤੁਸੀਂ ਨੈਚੁਰਲ ਸੀਡ ਦੇਖ ਰਹੇ ਹੋ, ਜਿਹੜਾ ਕਿ ਨੈਚੁਰਲ ਐਂਬਰੀਓ ਹੈ। ਇਹਦੇ ਅਤੇ ਇਹਦੇ ਵਿੱਚ ਕੀ ਫਰਕ ਹੈ ਆਰਟੀਫਿਸ਼ੀਅਲ ਅਤੇ ਨੈਚੁਰਲ ਦੇ ਵਿੱਚ? ਨੈਚੁਰਲ ਐਂਬਰੀਓ ਇਜ਼ ਪ੍ਰੋਡਿਊਸਡ ਆਫਟਰ fertilization or sexual fertilization, whereas this embryo is developed from any somatic cell. It is developed through the fusion of two haploid cells. It is developed by the mitosis of diploid cell. Now let us look to the advantages of tissue culture. Advantages. First is rapid multiplication. ਬਹੁਤ ਤੇਜ਼ੀ ਦੇ ਨਾਲ ਪੌਦਿਆਂ ਤੋਂ ਵਾਧਾ ਕਰਵਾਇਆ ਜਾਂਦਾ ਹੈ। ਸੋ ਆਮ ਕੁਦਰਤ ਦੇ ਵਿੱਚ ਇੰਨੀ ਤੇਜ਼ੀ ਦੇ ਨਾਲ ਪੌਦੇ ਨਹੀਂ ਵੱਧਦੇ ਜਿੰਨੀ ਤੇਜ਼ੀ ਨਾਲ ਸਾਨੂੰ ਲੋੜ ਹੈ। ਸੋ ਇਸ ਲਈ ਪਲਾਂਟ ਟਿਸ਼ੂ ਕਲਚਰ ਬਹੁਤ ਹਰਮਨ ਪਿਆਰਾ ਹੋ ਚੁੱਕਾ ਹੈ। ਸੈਕੰਡ ਇਜ਼ ਇਨੋਰਮਸ ਪ੍ਰੋਡਕਸ਼ਨ ਆਫ ਪਲਾਂਟਲੈਟਸ। ਛੋਟੇ ਪਨੀਰੀ ਸਾਨੂੰ ਖੇਤਾਂ ਦੇ ਵਿੱਚ ਕੋਈ ਸਮਾਂ ਸੀ ਜਦੋਂ ਅਸੀਂ ਮਿਰਚਾਂ ਦੇ ਬੀਜ ਲਾਉਂਦੇ ਹੁੰਦੇ ਸੀ, ਪਰ ਅੱਜ ਸਾਨੂੰ ਪੌਦ ਕਹਿ ਲਓ, ਪੌਦ ਦੇ ਰੂਪ ਦੇ ਵਿੱਚ ਮਿਰਚਾਂ ਦੀ ਪਨੀਰੀ ਆਮ ਉਪਲਬਧ ਹੁੰਦੀ ਹੈ। ਇੰਡੀਪੈਂਡੈਂਟ ਆਫ ਸੀਜ਼ਨਸ। ਇਹਨਾਂ ਦੇ ਉੱਤੇ ਵਾਤਾਵਰਨ ਦਾ ਕੋਈ ਬਹੁਤਾ ਪ੍ਰਭਾਵ ਨਹੀਂ ਪੈਂਦਾ, ਕਿਉਂਕਿ ਕਈ ਵਾਰ ਗੜੇਮਾਰੀ ਜਾਂ ਬਹੁਤਾ ਮੀਂਹ ਪੈਣ ਨਾਲ ਗੜੇਮਾਰੀ ਜਾਂ ਬਰਸਾਤ ਨਾਲ ਛੋਟੇ ਪੌਦੇ ਨਸ਼ਟ ਹੋ ਜਾਂਦੇ ਹਨ। ਸੋ ਇਹਨਾਂ ਨੂੰ ਕਿਸੇ ਖਾਸ ਸਥਾਨ ਦੇ ਉੱਪਰ ਕੱਪੜਾ ਤਾਣ ਕੇ ਜਾਂ ਤਰਪਾਲ ਤਾਣ ਕੇ ਉਗਾਇਆ ਜਾ ਸਕਦਾ ਹੈ, ਜਾਂ ਲੈਬੋਰਟਰੀਜ਼ ਦੇ ਅੰਦਰ ਇਹਨਾਂ ਨੂੰ ਪਹਿਲੀ ਅਵਸਥਾ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ। ਫਿਰ ਪ੍ਰਾਇਮਰੀ ਹਾਰਡਨਿੰਗ ਵਾਸਤੇ ਕੱਪੜਾ ਤਾਣ ਕੇ ਇਹਨਾਂ ਨੂੰ ਤਿਆਰ ਕੀਤਾ ਜਾਂਦਾ ਹੈ। ਸਟੇਰਾਈਲ ਪਲਾਂਟਸ, ਖਾਸ ਤੌਰ 'ਤੇ ਜਿਹੜੇ ਪੌਦੇ ਫੁੱਲਾਂ ਵਾਲੇ ਨਹੀਂ ਹਨ, ਫੁੱਲ ਪੈਦਾ ਨਹੀਂ ਕਰਦੇ, ਜਾਂ ਸਟੇਰਾਈਲ ਮੀਨਸ ਹੈਪਲੋਇਡ ਜਾਂ ਟ੍ਰਿਪਲੋਇਡ ਹਨ, ਜਿਨ੍ਹਾਂ ਦੇ ਵਿੱਚ ਪਲੋਇਡੀ ਦੇ ਪੇਅਰਸ ਨਹੀਂ ਬਣਦੇ।
ਉਹਨਾਂ ਨੂੰ ਅਸੀਂ ਸਟੇਰਾਈਲ ਪਲਾਂਟਸ ਕਹਿੰਦੇ ਆ, ਕਿਉਂਕਿ ਮਿਓਸਿਸ ਵੇਲੇ ਇਹਨਾਂ ਦੀ ਪੇਅਰਿੰਗ ਨਹੀਂ ਹੁੰਦੀ। ਖਾਸ ਤੌਰ 'ਤੇ ਉਹਨਾਂ ਪੌਦਿਆਂ ਦਾ ਵਾਧਾ ਕਰਵਾਉਣ ਵਾਸਤੇ ਅਸੀਂ ਇਸ ਵਿਧੀ ਨੂੰ ਵਰਤਦੇ ਹਾਂ। ਈਜ਼ੀ, ਸੇਫ ਐਂਡ ਇਕਨੋਮਿਕ ਮੈਥਡ। ਇਹ ਬਹੁਤ ਹੀ ਸੌਖਾ ਹੈ, ਸੇਫ ਹੈ ਅਤੇ ਸਸਤਾ ਢੰਗ ਹੈ। ਬਹੁਤ ਥੋੜ੍ਹੇ ਸਮੇਂ ਦੇ ਵਿੱਚ ਥੋੜ੍ਹੀ ਮਿਹਨਤ ਨਾਲ ਅਤੇ ਥੋੜ੍ਹੇ ਖਰਚੇ ਨਾਲ ਵੱਡਾ ਮੁਨਾਫਾ ਕੀਤਾ ਜਾ ਸਕਦਾ ਹੈ। ਵੱਡੀ ਪੱਧਰ 'ਤੇ ਪੌਦੇ ਨੇ ਉਗਾਏ ਜਾ ਸਕਦੇ ਹਨ। ਬੈਟਰ ਗਰੋਥ ਐਂਡ ਮੋਰ ਫਲਾਰਸ। ਕਿਉਂਕਿ ਅਸੀਂ ਜਾਣ ਲਿਆ ਹੈ ਕਿ ਪੌਦੇ ਨੇ ਜਿਹੜੇ ਉਹ ਮੈਰਿਸਟਮੈਟਿਕ ਟਿਸ਼ੂ ਦੇ ਨਾਲ ਵਾਇਰਸ ਫ੍ਰੀ ਉਗਾਏ ਜਾਂਦੇ ਨੇ। ਮੈਰਿਸਟਮੈਟਿਕ ਟਿਸ਼ੂ ਸਦੋਂ ਵਾਇਰਸ ਫ੍ਰੀ ਹੁੰਦਾ ਹੈ, ਯਾਦ ਰੱਖਿਓ ਬੱਚੇ ਇਹ ਗੱਲ, ਬੈਟਰ ਹੁੰਦੇ ਨੇ ਪੌਦੇ। ਜੇ ਉਹ ਡਿਜ਼ੀਜ਼ ਫ੍ਰੀ ਹੋਣਗੇ ਤਾਂ ਉਹਨਾਂ ਦੀ ਗਰੋਥ ਬੈਟਰ ਹੋਊਗੀ ਅਤੇ ਉਹਨਾਂ ਦੇ ਫੁੱਲ ਵੀ ਜ਼ਿਆਦਾ ਆਉਣਗੇ, ਫਲ ਵੀ ਜ਼ਿਆਦਾ ਹੋਊਗਾ ਅਤੇ ਬੀਜ ਵੀ ਹੈਲਦੀ ਅਤੇ ਜ਼ਿਆਦਾ ਹੋਣਗੇ। ਨੈਕਸਟ, ਰੇਅਰ ਐਂਡ ਐਂਡੇਂਜਰਡ ਪਲਾਂਟਸ ਕੈਨ ਬੀ ਸੇਵਡ। ਰੇਅਰ ਬਹੁਤ ਥੋੜ੍ਹੇ, ਦੁਰਲੱਭ, ਜਿਹੜੀਆਂ ਘੱਟ ਪ੍ਰਜਾਤੀਆਂ ਬਚ ਗਏ ਨੇ ਸਾਡੇ ਕੋਲੇ ਅਤੇ ਜਿਨ੍ਹਾਂ ਨੂੰ ਖਤਰਾ ਹੈ, ਅਲੋਪ ਹੋਣ ਦੀ ਕਗਾਰ 'ਤੇ ਬੈਠੇ ਨੇ, ਉਹਨਾਂ ਨੂੰ ਵੀ ਅਸੀਂ ਇਸ ਢੰਗ ਨਾਲ ਬਚਾ ਸਕਦੇ ਹਾਂ। ਹੁਣ ਅਸੀਂ ਐਪਲੀਕੇਸ਼ਨਸ ਆਫ ਟਿਸ਼ੂ ਕਲਚਰ, ਇਹਦੇ ਬਾਰੇ ਵੀ ਕੁਝ ਦੇਖ ਲਈਏ। ਰੈਪਿਡ ਕਲੋਨਲ ਪ੍ਰੋਪੇਗੇਸ਼ਨ। ਜੇਕਰ ਸਾਨੂੰ ਇੱਕ ਚੰਗੀ ਨਸਲ ਦੇ ਪੌਦੇ ਚੰਗੇ ਲੱਗਦੇ ਹਨ ਤਾਂ ਅਸੀਂ ਉਹਨਾਂ ਦਾ ਬੜੀ ਤੇਜ਼ੀ ਦੇ ਨਾਲ ਕਲੋਨ ਵਿਧੀ ਰਾਹੀਂ ਵਾਧਾ ਕਰਵਾ ਸਕਦੇ ਹਾਂ। ਹੁਣ ਕਲੋਨ ਬਾਰੇ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਕਿ ਕਲੋਨ ਕੀ ਹੁੰਦਾ। ਇਹ ਕੈਲਸ ਦੇ ਸੈੱਲ ਸਾਰੇ, ਕਿਉਂਕਿ ਮਾਈਟੋਸਿਸ ਰਾਹੀਂ ਬਣਦੇ ਹਨ, ਸੋ ਸਾਰੇ ਹੀ ਇੱਕ ਦੂਸਰੇ ਦੀ ਕਾਰਬਨ ਕਾਪੀ ਹੁੰਦੇ ਹਨ। ਜੈਨੇਟਿਕਲੀ ਜੀਨਸ ਨੇ ਜਿਹੜੇ ਬਿਲਕੁਲ ਇੱਕੋ ਜਿਹੇ ਹੁੰਦੇ ਹਨ ਡਿਊ ਟੂ ਨੋ ਕ੍ਰਾਸਿੰਗ ਓਵਰ। ਇਸ ਦੇ ਬਾਵਜੂਦ ਥੋੜ੍ਹੇ ਬਹੁਤ ਵਖਰੇਵੇਂ ਉਹਨਾਂ ਦੇ ਵਿੱਚ ਆ ਸਕਦੇ ਨੇ। ਸੋਮਾ ਕਲੋਨਲਸ, ਸੋਮੈਟਿਕ, ਜਿਹੜੇ ਸੋਮੈਟਿਕ ਸੈੱਲਸ ਹੈਗੇ ਨੇ, ਇਸ ਤਰ੍ਹਾਂ ਨਾਲ ਜਿਹੜੇ ਤਿਆਰ ਹੋਏ ਸੈੱਲ ਨੇ, these are somatic cells. They are produced due to mitosis. ਕਿਉਂਕਿ ਇੱਥੇ ਮਿਓਸਿਸ ਨਹੀਂ ਵਾਪਰੀ ਬੱਚਿਓ, ਸੋ ਇਸ ਲਈ ਇਹਨਾਂ ਨੂੰ ਅਸੀਂ ਸੋਮਾ ਕਲੋਨਲ ਕਹਿੰਦੇ ਆ। ਪਰ ਜਿਹੜੇ ਮੀਡੀਅਮ ਦੇ ਵਿੱਚ ਇਹਨਾਂ ਨੂੰ ਪਾਲਿਆ ਜਾਂਦਾ ਹੈ, ਉੱਥੇ ਜਿਵੇਂ ਤੁਸੀਂ ਫਸਲ ਦੇ ਆਲੇ ਦੁਆਲੇ ਬੂਟੇ ਦੇਖ ਸਕਦੇ ਹੋ, ਉਹਨਾਂ ਦਾ ਝਾੜ ਹਮੇਸ਼ਾ ਘੱਟ ਹੁੰਦਾ, ਉਹਨਾਂ ਦੀ ਗਰੋਥ ਹਮੇਸ਼ਾ ਘੱਟ ਹੁੰਦੀ ਹੈ, ਕਿਉਂਕਿ ਉਹਨਾਂ ਨੂੰ ਆਲੇ ਦੁਆਲੇ ਦੇ ਹਾਰਸ਼ ਕੰਡੀਸ਼ਨਸ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਝੱਲਣਾ ਪੈਂਦਾ। ਕੋਈ ਹਵਾ ਵਗਦੀ ਹੈ, ਬਹੁਤ ਤੇਜ਼ ਧੁੱਪ ਪੈਂਦੀ ਹੈ, ਰੇਤਾ, ਮਿੱਟੀ, ਘੱਟਾ, ਸਾਰਾ ਕੁਝ ਉਹਨਾਂ ਨੂੰ ਸਹਾਰਨਾ ਪੈਂਦਾ। ਸੋ ਇਸ ਕਰਕੇ ਮੀਡੀਅਮ ਦੇ ਵਖਰੇਵੇਂ ਕਰਕੇ ਇਹਨਾਂ ਦੇ ਵਿੱਚ ਕੁਝ ਵਖਰੇਵੇਂ ਆ ਜਾਂਦੇ ਹਨ, ਜਿਨ੍ਹਾਂ ਨੂੰ ਅਸੀਂ ਸੋਮਾ ਕਲੋਨਲ ਵੇਰੀਏਸ਼ਨਸ ਕਹਿੰਦੇ ਹਾਂ ਅਤੇ ਕਈ ਵਾਰ ਇਹ ਸਾਡੇ ਲਈ ਬਹੁਤ ਯੂਜ਼ਫੁਲ ਹੁੰਦੀਆਂ ਨੇ। ਅੱਗੇ ਹੈ ਟਰਾਂਸਜੈਨਿਕ ਪਲਾਂਟਸ। ਟਰਾਂਸ ਮੀਨਸ ਚੇਂਜਡ, ਜੈਨਿਕ ਮੀਨਸ ਜੀਨਸ। ਜਿਹੜੇ ਪਲਾਂਟਸ ਦੇ ਜੀਨਸ ਚੇਂਜ ਕੀਤੇ ਗਏ ਨੇ, ਬਾਹਰੋਂ ਅਸੀਂ ਕੋਈ ਜੀਨ ਭੇਜਿਆ ਗਿਆ ਉਹਨਾਂ ਦੇ ਅੰਦਰ ਅਤੇ ਉਹ ਉਸ ਨੂੰ ਐਕਸਪ੍ਰੈਸ ਵੀ ਕਰਦੇ ਨੇ, ਉਸ ਨੂੰ ਅਸੀਂ ਟਰਾਂਸਜੈਨਿਕ ਪਲਾਂਟਸ ਕਹਿੰਦੇ ਹਾਂ ਅਤੇ ਅਸੀਂ ਆਪਣੇ ਲਾਹੇ ਵਾਸਤੇ ਇਹਨਾਂ ਨੂੰ ਵਰਤਦੇ ਹਾਂ। ਮਿਊਟੇਸ਼ਨਸ, ਇਸ ਵਿਧੀ ਰਾਹੀਂ ਮਾਈਕਰੋ ਪ੍ਰੋਪੇਗੇਸ਼ਨ ਰਾਹੀਂ ਮਿਊਟੇਸ਼ਨਸ ਲਿਆਂਦੀਆਂ ਜਾਂਦੀਆਂ ਨੇ। ਕੁਝ ਮਿਊਟੇਜਨਸ ਕੀ ਹੁੰਦੇ ਨੇ ਬੇਟਾ? ਜਿਹੜੇ ਕਿ ਉਹ ਕੁਝ ਕੈਮੀਕਲ ਜਾਂ ਕਿਰਨਾਂ ਜਿਨ੍ਹਾਂ ਨਾਲ ਜੀਨਸ ਦੇ ਵਿੱਚ ਤਬਦੀਲੀਆਂ ਆ ਜਾਣ, ਸੋ ਉਹ ਇਹਨਾਂ ਦੇ ਵਿੱਚ ਥੋੜ੍ਹੇ
ਕਰਕੇ ਪਹਿਲਾਂ ਪਾਏ ਜਾਂਦੇ ਨੇ, ਫਿਰ ਉਹਨਾਂ ਦੀ ਮਿਕਦਾਰ ਵਧਾਈ ਜਾਂਦੀ ਹੈ ਤੇ ਜਿਸ ਤਰ੍ਹਾਂ ਨਾਲ ਜਿਹੜੇ ਲਾਹੇਵੰਦ ਉਹਨਾਂ ਦੇ ਵਿੱਚ ਪੈਦਾ ਹੁੰਦੇ ਨੇ, ਹੈਲਦੀ ਹੁੰਦੇ ਨੇ, ਉਹਨਾਂ ਨੂੰ ਚੋਣ ਕਰਕੇ ਅਸੀਂ ਮਾਈਕਰੋ ਪ੍ਰੋਪੇਗੇਸ਼ਨ ਰਾਹੀਂ ਵਧਾ ਲੈਂਦੇ ਹਾਂ। ਨੈਕਸਟ ਇਜ਼ ਰੈਜ਼ਿਸਟੈਂਸ ਟੂ ਵੀਡੀਸਾਈਡਸ। ਇਹ ਵੀ ਮਿਊਟੇਸ਼ਨਸ ਵਾਂਗੂ ਹੀ ਹੈ। ਕਲਚਰ ਗਰੋ ਕਰਨ ਸਮੇਂ ਹੀ ਅਸੀਂ ਵੀਡੀਸਾਈਡਸ ਕੀ ਹੁੰਦੀਆਂ ਨੇ? ਵੀਡਸ, ਨਦੀਨ, ਨਾਸ਼ਕ, ਨਦੀਨਾਂ ਨੂੰ ਮਾਰਨ ਵਾਲੀਆਂ ਦਵਾਈਆਂ, ਇਹਨਾਂ ਦੇ ਵਿੱਚ ਕੁਝ ਪਾ ਦਿੰਦੇ ਹਾਂ ਕਲਚਰ ਦੇ ਵਿੱਚ। ਤਾਂ ਪਹਿਲਾਂ ਥੋੜ੍ਹੀਆਂ ਪਾਉਂਦੇ ਹਾਂ, ਫਿਰ ਉਸ ਤੋਂ ਜ਼ਿਆਦਾ, ਫਿਰ ਉਸ ਤੋਂ ਜ਼ਿਆਦਾ। ਜਿਵੇਂ ਅਮਲੀ ਨੂੰ ਡੋਜ਼ ਵੱਧਦੀ ਰਹਿੰਦੀ ਹੈ ਅਤੇ ਉਹਨੂੰ ਅਸਰ ਹੋਣੋਂ ਘੱਟ ਜਾਂਦਾ ਹੈ, ਬਿਲਕੁਲ ਇਸੇ ਤਰ੍ਹਾਂ ਹੀ ਵੀਡੀਸਾਈਡਸ ਦਾ ਅਸਰ ਹੈ ਜਿਹੜਾ ਇਹਨਾਂ 'ਤੇ ਖਤਮ ਹੋ ਜਾਂਦਾ ਅਤੇ ਉਹ ਰਜਿਸਟ ਕਰਦੇ ਨੇ। ਅਤੇ ਅਸੀਂ ਖੇਤ ਦੇ ਵਿੱਚ ਮੰਨ ਲਓ ਗੁੱਲੀ ਡੰਡੇ ਵਾਸਤੇ ਦਵਾਈ ਪਾਉਣੀ ਹੈ ਤਾਂ ਉਹ ਕਣਕ ਨੂੰ ਕੋਈ ਅਸਰ ਨਹੀਂ ਕਰਦੀ, ਕੋਈ ਮਾਰ ਨਹੀਂ ਕਰਦੀ। ਸੋ that is resistance to weedicide. Let us now summarize our topic. Tissue culture is technique of propagating disease-free plants rapidly without seeds. Disease-free ਆਪਾਂ ਕਰ ਚੁੱਕੇ ਹਾਂ ਬੇਟਾ। ਵਾਇਰਸ-free plants, ਭਾਵੇਂ ਪੌਦਾ ਵਾਇਰਸ ਤੋਂ ਜਕੜਿਆ ਹੋਇਆ ਹੈ, ਬਿਮਾਰ ਹੈ, ਪਰ ਉਸ ਤੋਂ ਵੀ ਅਸੀਂ ਮੈਰਿਸਟਮੈਟਿਕ ਟਿਸ਼ੂ ਲੈ ਕੇ ਡਿਜ਼ੀਜ਼ ਫਰੀ ਪਲਾਂਟਸ, ਇਹ ਹੈਲਦੀ ਪਲਾਂਟ ਗਰੋ ਕਰ ਸਕਦੇ ਹਾਂ ਅਤੇ ਉਹ ਵੀ ਬੜੀ ਤੇਜ਼ੀ ਨਾਲ ਵਿਦਆਊਟ ਸੀਡਸ। ਸਾਨੂੰ ਕਦ ਫੁੱਲ ਆਏ ਅਤੇ ਕਦੋਂ ਬੀਜ ਪਏ ਅਤੇ ਕਦੋਂ ਅਸੀਂ ਉਹਨੂੰ ਫਿਰ ਉਗਾਇਆ, ਇੰਨਾ ਸਮਾਂ ਉਡੀਕਣ ਦੀ ਜ਼ਰੂਰਤ ਨਹੀਂ। ਵੀ ਕੈਨ ਯੂਜ਼ ਐਨੀ ਸੈੱਲ, ਕੋਈ ਵੀ ਸੈੱਲ ਯੂਜ਼ ਕਰ ਸਕਦੇ ਹਾਂ ਅਸੀਂ, ਉਹਦਾ ਕੋਈ ਟਿਸ਼ੂ ਯੂਜ਼ ਕਰ ਸਕਦੇ ਹਾਂ, ਔਰ ਔਰਗਨ। ਹੁਣ ਇੱਥੇ ਔਰਗਨ ਅਸੀਂ ਐਂਥਰ ਦੇਖਿਆ ਹੈ, ਪੋਲਨ ਗ੍ਰੇਨ ਦੇਖਿਆ ਹੈ, ਓਵਰੀ ਵੀ ਯੂਜ਼ ਕਰ ਸਕਦੇ ਹੋ, ਕੋਈ ਉਹਦਾ ਐਂਬਰੀਓ ਵੀ ਯੂਜ਼ ਕਰ ਸਕਦੇ ਹੋ, ਤਾਂ ਅਸੀਂ ਉਹਦਾ ਮੈਰਿਸਟਮੈਟਿਕ ਟਿਸ਼ੂ ਯੂਜ਼ ਕਰ ਸਕਦੇ ਹਾਂ। ਸੈੱਲ ਕੋਈ ਲੈ ਕੇ ਅਸੀਂ ਐਗ ਨੂੰ ਅਸੀਂ ਪ੍ਰੋਪੇਗੇਟ ਕਰ ਸਕਦੇ ਹਾਂ। ਪੋਲਨ ਗ੍ਰੇਨ ਨੂੰ ਅਸੀਂ ਜਾਂ ਮੇਲ ਗੈਮੀਟਸ ਨੂੰ ਹੈਪਲੋਇਡ ਸਟਰਕਚਰਸ ਬਣਾਉਣ ਲਈ ਉਗਾ ਸਕਦੇ ਹਾਂ। ਦੇ ਮੇ ਬੀ ਯੂਜ਼ਡ ਐਜ਼ ਐਕਸਪਲਾਂਟ। ਸਟੇਰਾਈਲ ਪਲਾਂਟਸ, ਸਟੇਰਾਈਲ which do not produce gametes, so those are sterile plants. ਫੁੱਲ ਹੀ ਨਹੀਂ ਆਉਂਦੇ ਇਹਨਾਂ ਦੇ, ਜੇ ਫੁੱਲ ਆਉਣਗੇ ਤਾਂ ਇਹਨਾਂ ਦੇ ਸਟੇਮਨਸ ਤੇ ਕਾਰਪਲਸ ਨਹੀਂ ਹੁੰਦੀਆਂ। So these plants, they can be multiplied easily through this type of multiplication, that is plant tissue culture. We can bring more than one type of expressions on a single plant. Soma clonal hybrid याद है ਤੁਹਾਨੂੰ ਬੱਚਿਓ? ਜ਼ਰੂਰ ਯਾਦ ਹੋਵੇਗਾ। ਕਿੰਨੀਆਂ ਸੋਹਣੀਆਂ ਅਸੀਂ ਐਗਜ਼ਾਮਪਲਸ ਲੈ ਕੇ ਆਏ ਹਾਂ, that is pomato and bomato. ਇਹ ਤਾਂ ਕਦੇ ਭੁੱਲਣ ਵਾਲੀਆਂ ਹੀ ਨਹੀਂ। ਸੋ ਬੜਾ ਤੁਹਾਨੂੰ ਅਚੰਭਾ ਲੱਗਿਆ ਹੋਣਾ ਜਦੋਂ ਤੁਸੀਂ ਦੇਖਿਆ ਹੋਣਾ ਕਿ ਪਲਾਂਟ ਦੇ ਉੱਪਰਲੇ ਹਿੱਸੇ 'ਚ ਟੋਮੈਟੋਸ ਅਤੇ ਹੇਠਲੇ ਹਿੱਸੇ ਦੇ ਵਿੱਚ ਅਸੀਂ ਪੋਟੈਟੋਜ਼ ਲੱਗੇ ਹੋਏ ਦੇਖੇ ਨੇ। ਦੈਨ propagules of seedless plants can be preserved. Propagules means ਉਹ ਹਿੱਸੇ ਪੌਦੇ ਦੇ ਜਿਨ੍ਹਾਂ ਤੋਂ ਨਵੇਂ ਪੌਦੇ ਉਗਾਏ ਜਾ ਸਕਦੇ ਨੇ, ਉਹਨਾਂ ਨੂੰ ਅਸੀਂ propagules ਕਹਿੰਦੇ ਹਾਂ। of seedless plants, ਜਿਨ੍ਹਾਂ ਦੇ ਬੀਜ ਨਹੀਂ। ਇਹ ਤੁਸੀਂ ਦੇਖੇ ਹੋਣੇ ਅੱਜ ਕੱਲ੍ਹ ਬੀਜ ਰਹਿਤ ਪੌਦੇ ਜਾਂ ਫਰੂਟਸ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਨੇ, ਖਾਸ ਤੌਰ 'ਤੇ ਅੰਗੂਰ ਸੀਡਲੈਸ, ਪਪਾਇਆ ਸੀਡਲੈਸ। ਤਾਂ ਇਹਨਾਂ ਦਾ ਵਾਧਾ ਅੱਗੇ ਕਿਵੇਂ ਹੋਵੇ ਜਦੋਂ ਇਹਨਾਂ ਦੇ ਬੀਜ ਹੀ ਨਹੀਂ ਹੁੰਦੇ। ਸੋ ਅਸੀਂ ਬਾਇਓਟੈਕਨੋਲੋਜੀ ਰਾਹੀਂ
ਇੱਕ ਵਧੀਆ ਪੌਦੇ ਨੇ ਜਿਹੜੇ ਉਹ ਤਿਆਰ ਕਰ ਲੈਂਦੇ ਆ ਅਤੇ ਉਸ ਤੋਂ ਬਾਅਦ ਥਰੂ ਮਾਈਕਰੋ ਪ੍ਰੋਪੇਗੇਸ਼ਨ ਇਹਨਾਂ ਨੂੰ ਬੜੀ ਤੇਜ਼ੀ ਦੇ ਨਾਲ ਔਰ ਬਹੁਤ ਵੱਡੀ ਮਾਤਰਾ ਦੇ ਵਿੱਚ ਤਿਆਰ ਕਰਕੇ ਪੂਰੀ ਸਾਡੇ ਮੁਲਕ ਦੇ ਵਿੱਚ ਇਹਨਾਂ ਨੂੰ ਪਹੁੰਚਾਇਆ ਜਾਂਦਾ ਹੈ। ਸੋ ਦੇ ਕੈਨ ਬੀ ਪ੍ਰੀਜ਼ਰਵਡ, ਇਹਨਾਂ ਨੂੰ ਪ੍ਰੀਜ਼ਰਵ ਕਰਕੇ ਵੀ ਰੱਖ ਸਕਦੇ ਹਾਂ ਇਨ ਦ ਫਾਰਮ ਆਫ ਆਰਟੀਫਿਸ਼ੀਅਲ ਸੀਡਸ। ਯਾਦ ਆ ਬੱਚਿਓ, ਆਰਟੀਫਿਸ਼ੀਅਲ ਸੀਡਸ। ਹੁਣ ਇੱਥੇ ਜਿਹੜੇ ਆਰਟੀਫਿਸ਼ੀਅਲ ਸੀਡ ਸੀਗੇ ਉਹ ਕੀ ਸੀਗੇ? ਐਮਬਰੀਓ, ਸੋਮੈਟਿਕ ਐਮਬਰੀਓ ਸੀਗੇ, encapsulated ਸੀ with the matrix of sodium, alginate, fungicide, weedicide and mycorrhiza। ਇਹ ਸਾਰੀਆਂ ਚੀਜ਼ਾਂ ਨਾਲ ਇਹਨਾਂ ਦਾ ਇੱਕ ਕੈਪਸੂਲ ਬੰਦ ਕਰ ਦਿੱਤਾ ਜਾਂਦਾ ਇਹਨਾਂ ਨੂੰ, ਜਿਹਦੇ 'ਤੇ ਬਾਹਰਲੀਆਂ ਚੀਜ਼ਾਂ ਦਾ ਕੋਈ ਅਸਰ ਨਹੀਂ ਹੁੰਦਾ। ਮੈਨੂੰ ਲੱਗਦਾ ਵੀ ਹੁਣ ਤੁਸੀਂ ਮੇਰੇ ਕੁਝ ਸਵਾਲਾਂ ਦਾ ਜਵਾਬ ਦੇ ਸਕੋਗੇ। ਲੈਟਸ ਸੀ who started the technique of plant tissue culture? ਹਾਂਜੀ ਬੱਚਿਓ, ਤੁਸੀਂ ਆਪਣੀਆਂ ਕਾਪੀਆਂ ਦੇ ਉੱਪਰ ਇਸ ਸਾਇੰਟਿਸਟ ਦਾ ਧੰਨਵਾਦ ਵੀ ਕਰਨਾ ਅਤੇ ਇਹਦਾ ਨਾਮ ਵੀ ਜ਼ਰੂਰ ਲਿਖਣਾ। ਅਗਲਾ ਮੇਰਾ ਸਵਾਲ ਹੈ, ਡਿਫਾਈਨ ਕੈਲਸ। ਕੈਲਸ ਅਨਡਿਫਰੈਂਸ਼ੀਏਟਿਡ ਐਂਡ ਐਕਟਿਵਲੀ ਡਿਵਾਈਡਿੰਗ ਸੈੱਲਾਂ ਦਾ ਇੱਕ ਸਮੂਹ ਹੈ ਜਿਹਦਾ ਕਿ ਹਰੇਕ ਸੈੱਲ ਟੋਟੀਪੋਟੈਂਟ ਹੈ ਅਤੇ ਇੱਕ ਜ਼ਾਈਗੋਟ ਵਾਂਗੂ ਇੱਕ ਨਵੇਂ ਇੰਡੀਵਿਜੂਅਲ ਨੂੰ ਤਿਆਰ ਕਰ ਸਕਦਾ ਹੈ। ਇੰਡੀਵਿਜੂਅਲ ਮੀਨਸ ਹੇਅਰ ਪਲਾਂਟ, ਨਿਊ ਪਲਾਂਟ। ਐਂਡ ਦ ਲਾਸਟ ਇਜ਼ ਸੋਮੈਟਿਕ ਹਾਈਬ੍ਰਿਡਾਈਜੇਸ਼ਨ। ਸੋਮੈਟਿਕ ਸੈੱਲਾਂ ਦਾ ਦੋਗਲਾਕਰਨ ਕਰਨਾ, ਇਹਨਾਂ ਨੂੰ ਫਿਊਜ਼ ਕਰਾ ਕੇ ਇੱਕੋ ਹੀ ਪੌਦੇ ਦੇ ਵਿੱਚ ਦੋ ਤਰ੍ਹਾਂ ਦੇ ਗੁਣ ਨੇ ਜਿਹੜੇ ਅਸੀਂ ਉਹ ਲੈ ਕੇ ਆਉਣੇ ਨੇ। ਸੋ ਦਿਸ ਇਜ਼ ਹਾਈਬ੍ਰਿਡਾਈਜੇਸ਼ਨ।